ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਚੁਣੇ ਹੋਏ ਉਹਨਾਂ ਵਿਧਾਇਕਾਂ ਨੂੰ ਆਪਣੇ ਕੋਲ ਸੱਦਿਆ ਔਰ ਮੀਟਿੰਗ ਕੀਤੀ ਔਰ ਕਲਾਸ ਵੀ ਲਗਾਈ ਗਈ, ਸਮਝਾਇਆ ਵੀ ਗਿਆ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ। ਹੁਣ ਫੇਰ ਕਲਾਸ ਲਾਈ ਗਈ ਹੈ, ਸਮਝਾਇਆ ਗਿਆ ਤਾਂ ਕੀ ਲੱਗਦਾ ਸੁਧਾਰ ਆਵੇਗਾ? ਮੈਨੂੰ ਲੱਗਦਾ ਚੇਤਨ ਜੋੜੇ ਮਾਰੇ ਦੀ ਨੀਅਤ ਖਰਾਬ ਨਹੀਂ, ਲੇਕਿਨ ਕੰਨਾਂ ਦਾ ਕੱਚਾ ਹੈਗਾ, ਸਿਆਣਾ ਨਹੀਂ ਹੈਗਾ। ਜੇ ਕਿਸੇ ਨੇ ਕੰਨ 'ਚ ਫੂਕ ਮਾਰੀ ਚੱਲ ਗੱਡੀ ਖਿੱਚੀ ਤੇ ਚਲੋ ਹੈ ਨਾ। ਮਾੜੀ ਕਿਸਮਤ ਦੇਸ਼ ਦੀ ਤੇ ਮਾੜੀ ਕਿਸਮਤ ਪੰਜਾਬ ਦੀ। MLAs ਆਪਣੇ ਜਿਹੜੇ ਰੂਲ ਐਂਡ ਬਿਜ਼ਨਸ ਪੜ੍ਹ ਲੈਣ ਵਿਧਾਨ ਸਭਾ ਦੇ ਵਿੱਚ, ਜਿਹਨੂੰ ਨਿਜ਼ਮ ਐਂਡ ਨਿਜ਼ਮ ਵਾਲੀ ਕਹਿੰਦੇ ਨੇ, ਉਹ ਪੜ੍ਹ ਲੈਣ। ਔਰ MLA ਕੋਲ ਸਾਡੇ ਸੰਵਿਧਾਨ ਦੇ ਵਿੱਚ ਕਿਤੇ ਵੀ ਲਿਖਿਆ ਕਿ MLA ਛਾਪੇ ਮਾਰ ਸਕਦਾ। ਕਿਸੇ ਨੇ ਇਹ ਤਾਂ ਕਿਹਾ ਨਹੀਂ ਹਜੇ ਤੱਕ MLA ਨੇ ਕਿ ਡਿਸਪੈਂਸਰੀਆਂ ਦੇ ਵਿੱਚ ਦਵਾਈ ਨਹੀਂ ਪਹੁੰਚੀ। ਕਿਸੇ ਮਾਈ ਦੇ ਲਾਲ ਨੇ ਇਹ ਤਾਂ ਕਿਹਾ ਨਹੀਂ ਕਿ ਗਰੀਬ ਬੱਚਿਆਂ ਨੂੰ ਹਜੇ ਤੱਕ ਯੂਨੀਫਾਰਮ ਨਹੀਂ ਪਹੁੰਚੀ। 4 ਮਹੀਨੇ ਹੋ ਗਏ ਨੇ, 2 ਤੁਸੀਂ ਐਜੂਕੇਸ਼ਨ ਮੰਤਰੀ ਬਦਲਦੇ, ਪਹਿਲਾਂ ਲਾਇਆ ਸੀ ਮੀਤ ਢੇਰ, ਫਿਰ ਤੁਸੀਂ ਲਾਤਾ ਹਰਜੋਤ ਬੈਂਸ, ਉਹ ਹਜੇ ਤੱਕ ਤੁਹਾਡੇ ਕੋਲ ਪਹੁੰਚੇ ਨਹੀਂ। ਕਿਤਾਬਾਂ ਤੁਹਾਡੇ ਕੋਲ ਪਹੁੰਚੀਆਂ ਨਹੀਂ, ਸਿਰ ਤੇ ਪੇਪਰ ਆ ਗਏ ਨੇ। ਆਉਂਦੇ ਨੇ ਲੋਕ ਹਨੇਰੇ ਸਵੇਰੇ ਠਹਿਰਦੇ, ਜਿਹੜੇ ਨਤਮਸਤਕ ਹੋਣ ਆਉਂਦੇ ਨੇ ਵੀ ਉਹ ਤੇ GST ਲਾਤਾ। ਯਾਰ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਕਿੱਥੇ ਆ, ਜਿਹੜਾ ਨਿੱਤ ਪਲ ਪਲ ਤੇ ਟਵੀਟ ਕਰਦੇ ਨੇ? ਸਰਦਾਰ ਮਨਜਿੰਦਰ ਸਿੰਘ ਸਿਰਸਾ ਕਿੱਥੇ ਨੇ? ਸੁਨੀਲ ਜਾਖੜ ਸਾਹਿਬ ਕਿਉਂ ਨਹੀਂ ਬੋਲੇ? ਨਹੀਂ ਬੋਲਦੇ, ਜਾ ਕੇ ਵੈਸੇ ਰਿਕਵੈਸਟ ਕਰ ਲਓ ਤੇ ਤੁਸੀਂ ਗੁਰੂ ਘਰ ਤੋਂ ਕਮਾਈ ਕਰੋਗੇ। ਇਹ ਤੇ ਹੜਦੂ ਲਾਹਨਤ ਆ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਸੰਦੀਪ ਲਾਦੂਕਾ। ਪੰਜਾਬ ਦੇ ਕੁਝ ਐਸੇ ਮੁੱਦਿਆਂ ਦੇ ਉੱਤੇ ਚਰਚਾ ਕਰਨੀ ਬਣਦੀ ਹੈ ਜਿਹੜੇ ਸਿੱਧੇ ਤੌਰ ਤੇ ਲੋਕਾਂ ਨਾਲ ਜੁੜੇ ਹੋਏ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਚੁਣੇ ਹੋਏ ਉਹਨਾਂ ਵਿਧਾਇਕਾਂ ਨੂੰ ਆਪਣੇ ਕੋਲ ਸੱਦਿਆ ਔਰ ਮੀਟਿੰਗ ਕੀਤੀ ਔਰ ਕਲਾਸ ਵੀ ਲਗਾਈ ਗਈ, ਸਮਝਾਇਆ ਵੀ ਗਿਆ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ। ਇਸ ਦੇ ਉੱਤੇ ਚਰਚਾ ਕਰਾਂਗੇ। ਇੱਕ ਮੁੱਦਾ ਜੁੜਿਆ ਹੋਇਆ ਸਰਾਵਾਂ ਦੇ ਉੱਤੇ ਲੱਗੇ GST ਦਾ। GST ਦੇ ਉੱਤੋਂ ਸਾਰੇ ਦੁਖੀ ਨੇ ਕਿ ਖਾਣ ਪੀਣ ਦੀਆਂ ਜਿੱਥੇ ਚੀਜ਼ਾਂ ਤੇ GST ਲੱਗ ਰਿਹਾ, ਉੱਥੇ ਹੀ ਹੁਣ ਸਰਾਵਾਂ ਦੇ ਉੱਤੇ ਵੀ GST ਲਗਾ ਦਿੱਤਾ ਗਿਆ। ਹਾਲਾਂਕਿ ਰਾਜ ਸਭਾ ਮੈਂਬਰ ਰਾਘਵ ਚੱਡਾ ਤੇ ਇੱਥੋਂ ਤੱਕ ਕਿ ਹੋਰ ਵੀ ਜਿਹੜੇ ਮੈਂਬਰ ਨੇ, ਉਹਨਾਂ ਨੇ ਪਾਰਲੀਮੈਂਟ ਦੇ ਅੰਦਰ ਵੀ ਇਹ ਮੁੱਦਾ ਚੁੱਕਿਆ ਕਿ ਆਖਰਕਾਰ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ, ਕੇਂਦਰ ਸਰਕਾਰ ਕਿਉਂ ਕਰ ਰਹੀ ਹੈ, ਤੇ ਹੋਰ ਜਿਹੜੇ ਮਸਲਿਆਂ ਦੇ ਉੱਤੇ ਭਗਵੰਤ ਮਾਨ ਸਰਕਾਰ ਫੈਸਲੇ ਲੈ ਰਹੀ ਹੈ ਪ੍ਰਸ਼ਾਸਨਿਕ ਤੌਰ ਤੇ। ਇਹ ਸਾਰੇ ਮਸਲੇ ਤੇ ਗੱਲ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ। ਭੁੱਲਰ ਸਾਹਿਬ, ਸਭ ਤੋਂ ਪਹਿਲਾਂ ਭਖ ਦੇ ਮੁੱਦੇ ਤੇ ਗੱਲ ਕਰੀਏ ਕਿ ਛਾਪੇ ਲਗਾਤਾਰ ਮਾਰਦੇ ਰਹੇ, ਮੰਤਰੀਆਂ ਦਾ ਹੱਕ ਬਣਦਾ ਮਾਰੇ। MLA ਵੀ ਲੱਗ ਗਏ ਸੀ ਇਸੇ ਕੰਮ ਨੂੰ। ਇੱਕ ਵਾਰੀ ਪਹਿਲਾਂ ਸਮਝਾਇਆ ਗਿਆ ਮੁੱਖ ਮੰਤਰੀ ਦੇ ਵੱਲੋਂ ਕਿ ਇਸ ਤਰ੍ਹਾਂ ਨਹੀਂ ਚੱਲਣਾ। ਹੁਣ ਫੇਰ ਕਲਾਸ ਲਾਈ ਗਈ ਹੈ, ਸਮਝਾਇਆ ਗਿਆ, ਤਾਂ ਕੀ ਲੱਗਦਾ ਸੁਧਾਰ ਆਵੇਗਾ? ਦੇਖੋ, ਲੋੜ ਪੈ ਗਈ ਭਗਵੰਤ ਮਾਨ ਨੂੰ। ਭਗਵੰਤ ਮਾਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਵੀ ਸਮਝਾਇਆ, ਲੇਕਿਨ ਨਹੀਂ ਸਮਝੀ। ਚਲੋ ਨਵੇਂ ਵਿਧਾਇਕ ਨੇ ਮੰਨ ਲਿਆ, ਲੇਕਿਨ ਤੁਸੀਂ ਜਲੀਲ ਨਹੀਂ ਕਿਸੇ ਨੂੰ ਕਰ ਸਕਦੇ। ਔਰ MLA ਕੋਲ ਸਾਡੇ ਸੰਵਿਧਾਨ ਦੇ ਵਿੱਚ ਕਿਤੇ ਵੀ ਲਿਖਿਆ ਕਿ MLA ਛਾਪੇ ਮਾਰ ਸਕਦਾ। ਹੁਣ ਉਹਨਾਂ ਛਾਪਿਆਂ ਤੇ ਲੱਗ ਗਈ ਪਾਬੰਦੀ। ਤੁਹਾਨੂੰ ਕੋਈ ਦੁੱਖ ਤਕਲੀਫ ਆ, ਤੁਹਾਨੂੰ ਕੋਈ ਸਕੂਲ ਦੇ ਵਿੱਚ ਹਸਪਤਾਲ ਦੀ ਕਮੀ ਪੇਸ਼ੀ ਆ, ਤੁਸੀਂ ਨੋਟ ਕਰੋ। ਤੁਹਾਡੇ ਕੋਈ ਇੰਨੀ ਵੱਡੀ ਪਾਵਰ ਆ ਸੰਦੀਪ, ਇਹਨਾਂ ਮਾੜੀ ਕਿਸਮਤ ਦੇਸ਼ ਦੀ ਤੇ ਮਾੜੀ ਕਿਸਮਤ ਪੰਜਾਬ ਦੀ, ਕਿ MLAs ਆਪਣੇ ਜਿਹੜੇ ਰੂਲ ਐਂਡ ਬਿਜ਼ਨਸ ਪੜ੍ਹ ਲੈਣ ਵਿਧਾਨ ਸਭਾ ਦੇ ਵਿੱਚ, ਜਿਹਨੂੰ ਨਿਜ਼ਮ ਐਂਡ ਨਿਜ਼ਮ ਵਾਲੀ ਕਹਿੰਦੇ ਨੇ, ਉਹ ਪੜ੍ਹ ਲੈਣ। ਯਾਰ ਉਹ ਪੜ੍ਹ ਲੈਣਾ ਤੇ ਪੰਜਾਬ ਦੇ ਅਫਸਰ, ਪੰਜਾਬ ਦੀ ਗੱਲ ਕਰੀਏ ਆਪਾਂ, ਕਿ SDM ਤੋਂ ਲੈ ਕੇ ਚੀਫ ਸੈਕਟਰੀ DGP ਨੂੰ ਤੁਸੀਂ ਵਿਧਾਨ ਸਭਾ 'ਚ ਤਲਬ ਕਰ ਸਕਦੇ ਹੋ। ਇੰਨੀਆਂ ਉੱਥੇ ਕਮੇਟੀਆਂ ਨੇ, ਪ੍ਰਸ਼ਨ ਕਮੇਟੀ ਆ, ਭਰੋਸਾ ਪ੍ਰਿਵਿਲੇਜ ਕਮੇਟੀ ਆ, ਬਹੁਤ ਸਾਰੀਆਂ ਇੱਦਾਂ ਦੀਆਂ ਕਮੇਟੀਆਂ ਨੇ ਜਿੱਥੇ ਤੁਸੀਂ, ਅਗਰ ਤੁਹਾਡੇ ਮਸਲੇ ਨਹੀਂ ਆ, ਮੰਨ ਲਓ ਯੂਨੀਵਰਸਿਟੀ ਦਾ ਮਸਲਾ ਆ ਗਿਆ ਵੱਡਾ ਕਿ ਉੱਥੇ ਬੈੱਡ ਖਰਾਬ ਨੇ। ਹੁਣ ਬੈੱਡ ਖਰਾਬ ਨੇ ਤੇ 4 ਮਹੀਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗਈ, ਸਰਕਾਰ ਨੇ ਬਜਟ ਦਿੱਤਾ ਕਿ ਨਹੀਂ ਦਿੱਤਾ, ਫਿਰ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ 4 ਮਹੀਨੇ ਤੋਂ ਰੌਲਾ ਪਾ ਰਹੇ, ਪਿਛਲੀਆਂ ਸਰਕਾਰਾਂ ਨੇ ਗੰਦ ਪਾ ਗਈਆਂ ਤੇ ਪਾ ਗਈਆਂ, ਅਸੀਂ ਬਜਟ ਦੇਤਾ। ਬਜਟ ਦੇਣ ਤੋਂ ਬਾਵਜੂਦ ਵੀ ਅਗਰ ਬੈੱਡ ਉੱਥੇ ਨਹੀਂ ਖਰੀਦੇ ਜਾਂਦੇ, ਗੱਦੇ ਉੱਥੇ ਨਹੀਂ ਖਰੀਦੇ ਜਾਂਦੇ, ਫਿਰ ਉਹ ਫਰੀਦਕੋਟ ਪ੍ਰਸ਼ਾਸਨ, ਮੈਡੀਕਲ ਯੂਨੀਵਰਸਿਟੀ ਪ੍ਰਸ਼ਾਸਨ ਦੀ ਗੁਨਾਹ ਆ, ਜੁਰਮ ਆ। ਹੁਣ ਮਸਲਾ ਲਿਬੜ ਗਿਆ। ਹੁਣ ਭਗਵੰਤ ਮਾਨ ਦੀ ਵੀ ਹੋ ਗਈ ਕਿਰਕਰੀ ਸਰਕਾਰ ਦੀ, ਤੇ ਕੇਜਰੀਵਾਲ ਦੀ ਵੀ ਹੋ ਗਈ ਕਿਰਕਰੀ ਸਰਕਾਰ ਦੀ, ਕਿ ਤੁਸੀਂ ਤੇ ਸਾਡਾ ਭੱਠਾ ਬਿਠਾ ਰਹੇ ਹੋ, ਤੁਸੀਂ ਤੇ ਧਮਕਾ ਰਹੇ ਹੋ, ਤੁਸੀਂ ਤੇ ਜਲੀਲ ਕਰ ਰਹੇ ਹੋ, ਬੇਇੱਜ਼ਤ ਕਰ ਰਹੇ ਹੋ। ਇੱਕ ਡਾਕਟਰ ਬਣਨ ਦੇ ਸੰਦੀਪ ਘੱਟੋ ਘੱਟ ਸਰਕਾਰ ਦਾ 5 ਸਾਲਾਂ ਦੇ ਵਿੱਚ 20-25 ਲੱਖ ਰੁਪਈਆ ਲੱਗਦਾ। ਅੱਜ ਕੱਲ੍ਹ ਤੇ ਜ਼ਿਆਦਾ ਲੱਗਦਾ ਹੋਊਗਾ ਸਰਕਾਰ ਦਾ। ਹਲੇ ਕਿਸੇ ਨੂੰ ਸੀਟ ਮਿਲੀ ਆ ਸਰਕਾਰੀ ਕਾਲਜ ਦੇ ਵਿੱਚ 5-7 ਲੱਖ ਉਹਦਾ ਵੀ ਲੱਗ ਜਾਂਦਾ ਹੈਗਾ। ਪ੍ਰਾਈਵੇਟ ਦੇ ਵਿੱਚ ਕਰੋੜ ਰੁਪਈਆ ਲੱਗਦਾ। ਸਰਕਾਰ ਦੇ ਵੀ ਪੈਸੇ ਲੱਗਦੇ ਹੈਗੇ ਨੇ। ਤੇ ਸਾਡੇ ਕੋਲ ਤਾਂ ਸਪੈਸ਼ਲਿਸਟ ਅੱਗੇ ਨਹੀਂ ਹੈਗੇ। ਡਾਕਟਰ ਮਨਿੰਦਰ ਕੌਰ ਸਕਿਨ ਸਪੈਸ਼ਲਿਸਟ ਆ,
9 ਸਾਲ ਦੀ ਸਰਵਿਸ ਪਈ ਹੈ, ਨੌਕਰੀ ਛੱਡਣ ਵਾਸਤੇ ਮਜਬੂਰ ਕਰ ਦਿੱਤਾ। ਰਾਜ ਬਹਾਦਰ ਜੀ ਨੇ ਅਸਤੀਫਾ ਦੇ ਦਿੱਤਾ, ਉਹਨਾਂ ਨੇ ਆਪਣੀ ਗੱਡੀ ਵਾਪਸ ਭੇਜਤੀ, ਸਟਾਫ ਭੇਜਤਾ, ਸਿਕਿਉਰਿਟੀ ਭੇਜਤੀ ਵੀ ਆਹ ਲੋ ਮੈਨੂੰ ਨਹੀਂ ਮਨਜ਼ੂਰ ਨਾ। ਹੁਣ ਭਗਵੰਤ ਮਾਨ ਸਾਹਿਬ ਨੂੰ ਪਤਾ ਲੱਗਾ ਕਿ ਜਿਹੜੇ MLA ਬਣੇ ਨਾ ਥਾਣੇਦਾਰ, ਛਾਪੇ ਮਾਰੇ ਕਿ ਨਹੀਂ, ਇਹਨਾਂ ਨੂੰ ਕੰਟਰੋਲ ਕਰੋ ਕਿ ਪਾਰਟੀ ਦੀ ਛਵੀ ਖਰਾਬ ਹੋ ਰਹੀ ਆ, ਪਾਰਟੀ ਦੀ ਸੋਚ ਉਹ ਹੋ ਰਹੀ ਆ, ਖਰਾਬ ਹੋ ਰਹੀ ਆ। ਹੁਣ ਛਾਪੇ ਨਹੀਂ ਮਾਰ ਸਕਦੇ MLA, ਕਿਤੇ ਵੀ ਨਹੀਂ ਲਿਖਿਆ ਹੈਗਾ, ਠੀਕ ਹੈ। ਪਰ ਤੁਸੀਂ ਜੇ ਸਰਕਾਰ ਤੱਕ ਪਹੁੰਚਾਓ ਵੀ ਇਹ ਤੁਹਾਡੇ ਗਲਤ ਹੋ ਰਿਹਾ, ਸ਼ਿਕਾਇਤ ਕਰੋ, ਜਾ ਕੇ ਸਲਾਹ ਲਓ, ਪੁੱਛੋ। ਪਰ ਤੁਸੀਂ ਤਾਂ ਜਾ ਕੇ ਗੁੰਡਾਗਰਦੀ ਧਮਕਾ ਰਹੇ ਹੋ, ਇਹ ਹਿੱਸਾ ਨਹੀਂ ਹੈਗਾ। ਹੁਣ ਭਗਵੰਤ ਮਾਨ ਨੂੰ ਲੱਗਾ ਜੇ MLA ਬੁਲਾਏ ਉਹਨੇ, MLA ਬੁਲਾਉਣ ਦੀ 2 ਵਜ੍ਹਾ, ਇੱਕ ਤੇ ਜਿਹੜੀ ਸਰਕਾਰ ਦੀ ਕਿਰਕਰੀ ਹੋ ਰਹੀ ਹੈ ਡਾਕਟਰ ਰਾਜ ਬਹਾਦਰ ਨੂੰ ਲੈ ਕੇ, ਅੰਮ੍ਰਿਤਸਰ ਦੇ ਡਾਕਟਰਾਂ ਨੇ ਛੱਡਿਆ ਹੈਗਾ, ਫਿਰ ਡਾਕਟਰ ਮਨਿੰਦਰ ਕੌਰ ਨੇ ਛੱਡਿਆ, ਨੌਕਰੀ ਛੱਡਤੀ ਹੈਗੀ, VRS ਲਈ 3 ਮਹੀਨੇ ਨੋਟਿਸ ਹੋਇਆ, ਮਤਲਬ ਛੁੱਟੀ ਲੈ ਲਈ ਉਹਨੇ, ਨੌਕਰੀ ਛੱਡਣ ਦਾ ਫੈਸਲਾ। ਦੂਜੇ ਪਾਸੇ ਇੱਕ ਪਾਸੇ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਵਿਧਾਇਕਾਂ ਨੂੰ ਬੁਲਾ ਰਹੇ ਨੇ ਦਿੱਲੀ, ਜਦ ਕਿ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਜਿਹੜੇ ਹੁੰਦੇ ਨਾ ਸਰਕਾਰ ਦੇ ਵਿਧਾਇਕ ਦਲ ਦਾ ਨੇਤਾ, ਉਹ ਭਗਵੰਤ ਮਾਨ ਆ, ਨਾ ਕਿ ਅਰਵਿੰਦ ਕੇਜਰੀਵਾਲ ਸਾਹਿਬ, ਪਰ ਉਹ ਵੀ ਉੱਥੇ ਬੁਲਾ ਰਹੇ ਨੇ। ਇਹਨਾਂ ਨੂੰ ਵੀ ਬਹਾਨਾ ਮਿਲ ਗਿਆ, ਨਾਲੇ ਤੇ ਆਪਣੇ ਵਿਧਾਇਕਾਂ ਨੂੰ ਤਾੜਨਾ ਵੀ ਦਿੱਤੀ, ਪਿਆਰ ਨਾਲ ਸਮਝਾ ਵੀ ਦਿੱਤਾ, ਸੰਦੇਸ਼ ਵੀ ਦੇ ਦਿੱਤਾ, ਤੇ ਆਪਣੀ ਵੀ ਲੌਬੀ ਕਰ ਲਈ। ਪਰ ਜਿੱਥੋਂ ਤੱਕ ਮੈਂ ਕਹਿੰਦਾ ਕਿ ਜੇ ਅੱਜ ਭਗਵੰਤ ਮਾਨ ਨੇ ਜਿਹੜੇ ਵਿਧਾਇਕ ਛੱਡੇ ਬੁਲਾਏ ਨੇ, ਅੱਜ ਜੇ ਉਹਨਾਂ ਨੂੰ ਤਾੜਿਆ ਜਾਂ ਸਮਝਾਇਆ ਜਾਂ ਪਾਰਟੀ ਦਾ ਸੰਦੇਸ਼ ਦਿੱਤਾ, ਚੰਗੀ ਗੱਲ ਆ, ਕਿਉਂਕਿ ਪਾਰਟੀ ਦੀ ਛਵੀ ਖਰਾਬ ਹੋ ਰਹੀ ਸੀ, ਸਰਕਾਰ ਦੀ ਛਵੀ ਖਰਾਬ ਹੋ ਰਹੀ, ਭਗਵੰਤ ਮਾਨ ਦੀ ਛਵੀ ਖਰਾਬ ਹੋ ਰਹੀ। ਹੁਣ ਭਗਵੰਤ ਮਾਨ ਤੇ ਅੰਦਰ ਖਾਤੇ ਡਾਕਟਰ ਰਾਜ ਬਹਾਦਰ ਕੋਲ ਮਾਫੀ ਮੰਗ ਲਈ। ਡਾਕਟਰ ਰਾਜ ਬਹਾਦਰ ਹੁਣ ਸਰਕਾਰ ਵਾਈਸ ਚਾਂਸਲਰ ਰਹਿੰਦੇ ਜਾਂ ਨਹੀਂ ਰਹਿੰਦੇ, ਜੋ ਜਲੀਲ ਕਰਨਾ ਸੀ ਇਹਨਾਂ ਦੇ ਵਰਕਰਾਂ ਨੇ ਤੇ ਵਿਧਾਇਕਾਂ ਨੇ ਜਲੀਲ ਕਰ ਦਿੱਤਾ ਹੈਗਾ, ਉਹਦੀ ਭਰਪਾਈ ਸਰਕਾਰ ਨਹੀਂ ਕਰ ਸਕਦੀ, ਉਹਦੀ ਭਰਪਾਈ ਹੁਣ ਭਗਵੰਤ ਮਾਨ ਨਹੀਂ ਕਰ ਸਕਦਾ, ਠੀਕ ਹੈ। ਰਾਜ ਬਹਾਦਰ ਡਾਕਟਰ ਸਾਹਿਬ ਨੂੰ ਤਾਂ ਨੌਕਰੀ ਮਿਲ ਜੂਗੀ ਜਾਂ ਕਿਤੇ ਹੋਰ ਕਰ ਲੈਣਗੇ, ਲੋੜ ਵੀ ਨਹੀਂ ਆ, 72 ਸਾਲ ਉਮਰ ਹੈ, ਜੇ 72 ਸਾਲ 40 ਸਾਲ ਦੀ ਡਾਕਟਰੀ ਕਰਕੇ ਜੇ ਉਹ ਹੀ ਪੱਲੇ ਪਾਉਣਾ ਹੈ ਜਲੀਲ, ਹੈ ਨਾ ਜੀ, ਤੇ ਉਹ ਕਹਿੰਦੇ ਨੇ ਕੀ ਲੋੜ ਹੈ ਕਿਤੇ ਕਰਨ ਦੀ। ਤੇ ਮੈਨੂੰ ਲੱਗਦਾ ਇਹ ਚੰਗਾ ਕਦਮ ਕੀਤਾ, ਦੇਰ ਆਏ ਦਰੁਸਤ ਆਏ, ਕਿ ਜਿਹੜੇ ਛਾਪੇ ਮਾਰੇ ਜਾ ਰਹੇ ਸੀ ਨਾ ਵਿਧਾਇਕਾਂ ਵੱਲੋਂ, ਇਹਨਾਂ ਦਾ ਰਾਈਟ ਨਹੀਂ ਹੈਗਾ ਇਹ, ਕਿਉਂਕਿ MLA ਪਾਰਟੀ ਸਰਕਾਰ ਦਾ ਹਿੱਸਾ ਨਹੀਂ ਹੁੰਦੇ, ਇਹਨਾਂ ਨੇ ਤਾਂ ਕਾਨੂੰਨ ਬਣਾਉਣੇ ਨੇ, ਉੱਥੇ ਤਲਬ ਕਰ ਜਿਹਨੂੰ ਕਰਨਾ, ਆਪਣੇ ਮੰਤਰੀ ਨੂੰ ਦੱਸਣ, ਮੁੱਖ ਮੰਤਰੀ ਨੂੰ ਦੱਸਣ ਕਿ ਮੇਰੇ ਹਸਪੀਟਲ ਦੇ ਵਿੱਚ MLA ਕਹੇ ਕਿ ਬੁਰੇ ਹਾਲਾਤ ਆ ਜੀ, ਉੱਥੇ ਡਾਕਟਰ ਨਹੀਂ ਹੈਗੇ ਜੀ, ਉੱਥੇ ਨਰਸਾਂ ਨਹੀਂ ਹੈਗੀਆਂ, ਉੱਥੇ ਦਵਾਈ ਨਹੀਂ ਮਿਲਦੀ। ਕਿਸੇ ਨੇ ਇਹ ਤਾਂ ਕਿਹਾ ਨਹੀਂ ਹਜੇ ਤੱਕ MLA ਨੇ ਕਿ ਡਿਸਪੈਂਸਰੀਆਂ ਦੇ ਵਿੱਚ ਦਵਾਈ ਨਹੀਂ ਪਹੁੰਚੀ, ਕਿਸੇ ਮਾਈ ਦੇ ਲਾਲ ਨੇ ਇਹ ਤਾਂ ਕਿਹਾ ਨਹੀਂ ਕਿ ਗਰੀਬ ਬੱਚਿਆਂ ਨੂੰ ਹਜੇ ਤੱਕ ਯੂਨੀਫਾਰਮ ਨਹੀਂ ਪਹੁੰਚੀ। 4 ਮਹੀਨੇ ਹੋ ਗਏ ਨੇ, 2 ਤੁਸੀਂ ਐਜੂਕੇਸ਼ਨ ਮੰਤਰੀ ਬਦਲਦੇ, ਪਹਿਲਾਂ ਲਾਇਆ ਸੀ ਮੀਤ ਹੇਅਰ, ਫਿਰ ਤੁਸੀਂ ਲਾਤਾ ਹਰਜੋਤ ਬੈਂਸ, ਉਹ ਹਜੇ ਤੱਕ ਤੁਹਾਡੇ ਕੋਲ ਪਹੁੰਚੇ ਨਹੀਂ, ਕਿਤਾਬਾਂ ਤੁਹਾਡੇ ਕੋਲ ਪਹੁੰਚੀਆਂ ਨਹੀਂ, ਸਿਰ ਤੇ ਪੇਪਰ ਆ ਗਏ ਨੇ, ਮਤਲਬ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ, ਛਾਪੇ ਮਾਰੇ ਨੇ। ਆਹ ਸੱਚਾਈ ਦੱਸਣ ਨਾ, ਤੁਹਾਡੀ ਜਿਹੜੀ ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਸੀ, ਜਿਹਨੂੰ ਪੰਜਾਬ ਦੇ ਵਿੱਚ ਪਿਛਲੀ ਸਰਕਾਰ ਨੇ ਸਰਬੱਤ ਬੀਮਾ ਯੋਜਨਾ ਰੱਖਤਾ, ਠੀਕ ਹੈ, ਪ੍ਰਾਈਵੇਟ ਹਸਪੀਟਲ ਜੋ ਬੰਦ ਹੋ ਗਏ, PGI ਦੇ ਵਿੱਚ ਵੀ ਸਰਕਾਰ ਨੇ 16 ਕਰੋੜ ਰੁਪਈਆ ਨਹੀਂ ਦਿੱਤੇ ਹੈਗੇ, ਉਹ ਬੰਦ ਹੋ ਗਏ, 272 ਕਰੋੜ ਰੁਪਈਆ ਪੰਜਾਬ ਦੇ ਵਿੱਚ ਹੀ ਪ੍ਰਾਈਵੇਟ ਉਹ ਨਹੀਂ ਦਿੱਤਾ। ਹੁਣ 5 ਲੱਖ ਜਿਹੜਾ ਗਰੀਬ ਆ, ਚੇਤਨ ਸਿੰਘ ਜੋੜੇ ਮਾਜਰੇ ਨੂੰ ਤਾਂ ਗੱਦਿਆਂ ਦਾ ਤਾਂ ਫਿਕਰ ਆ ਗਿਆ, ਛਾਪੇ ਤੇ ਮਾਰ ਦਿੱਤੇ। ਮੈਨੂੰ ਲੱਗਦਾ ਚੇਤਨ ਜੋੜੇ ਮਾਜਰੇ ਦੀ ਨੀਅਤ ਖਰਾਬ ਨਹੀਂ, ਲੇਕਿਨ ਕੰਨਾਂ ਦਾ ਕੱਚਾ ਹੈਗਾ, ਸਿਆਣਾ ਨਹੀਂ ਹੈਗਾ। ਜੇ ਕਿਸੇ ਨੇ ਕੰਨ 'ਚ ਫੂਕ ਮਾਰੀ, ਚੱਲ ਗੱਡੀ ਖਿੱਚੀ ਤੇ ਚਲੋ ਨਾ। ਇਹ ਦੱਸਣ ਵੀ ਹੁਣ ਤੱਕ ਤੁਸੀਂ ਕੀ ਕੀਤਾ। ਸਰਬੱਤ ਜੀ ਸਿਹਤ ਬੀਮਾ ਜੀ ਯੋਜਨਾ ਬੰਦ ਕਿਉਂ ਹੋਈ? PGI ਨੇ 16 ਕਰੋੜ ਰੁਪਈਆ ਦੋ, ਉੱਥੇ ਇਲਾਜ ਕਰਾਏ 5 ਲੱਖ, ਰੱਬ ਨਾ ਕਰੇ ਕਿਸੇ ਦੇ ਘਰ ਬਿਮਾਰੀ ਆ ਜੇ, ਉਹ 5 ਲੱਖ ਗਰੀਬ ਪਰਿਵਾਰ ਕਿੱਥੋਂ ਖਰਚੂਗਾ? ਸੈਂਟਰ ਸਰਕਾਰ ਦਾ ਪੈਸਾ, ਉਹਦੇ ਥੋੜੀ ਜਿਹੀ ਕੰਪੋਨੈਂਟ ਪੰਜਾਬ ਸਰਕਾਰ ਦੀ, ਉਹ ਸਕੀਮ ਬੰਦ। ਧਿਆਨ ਤੇ ਉੱਤੇ ਦੇਣ ਦੀ ਲੋੜ ਆ। ਹਸਪਤਾਲ ਪ੍ਰਾਈਵੇਟ ਪੰਜਾਬ ਪੱਧਰ ਦੇ ਆ ਜਿਹੜੇ ਨਾ ਕਰ ਚੁੱਕੇ ਆ ਕਿ ਅਸੀਂ ਹੁਣ ਨਹੀਂ ਇਸ ਯੋਜਨਾ ਦੇ ਤਹਿਤ ਇਲਾਜ ਕਰਨਾ, ਕਿਉਂਕਿ ਫੰਡ ਨਹੀਂ ਆਏ। ਬਿਲਕੁਲ ਉੱਤੇ ਕੰਮ ਕਰੇ ਨਾ ਚੇਤਨ ਸਿੰਘ ਜੋੜੇ ਮਾਜਰਾ। MLA ਕੰਨ 'ਚ ਫੂਕ ਭਰਦੇ ਨੇ ਤੇ ਚੱਲ ਮਾਰੋ ਛਾਪਾ। ਜ਼ਿੰਮੇਵਾਰੀ ਦੇ ਬਣਦੀ। ਸਭ ਤੋਂ ਪਹਿਲਾਂ ਮੈਂ ਕਹਿੰਦਾ ਸੀ ਕਿ ਉਹਨਾਂ ਨੂੰ ਨਾ ਪਿੰਡ ਸਤੌਜ ਦੇ ਲਾਗੇ ਜਿਹੜੀ ਡਿਸਪੈਂਸਰੀ ਨਾ, ਉੱਥੇ ਛਾਪਾ ਮਾਰਨਾ ਚਾਹੀਦਾ ਹੈ। ਜਿਹੜੇ ਸਾਡੇ ਭਗਵੰਤ ਮਾਨ ਸਾਹਿਬ ਆ, ਧੂਰੀ ਹਸਪੀਟਲ ਦਾ ਛਾਪਾ ਮਾਰਨਾ ਚਾਹੀਦਾ ਸੀ ਕਿ ਉੱਥੇ ਡਾਕਟਰ ਪੂਰੇ ਨੇ, ਦਵਾਈਆਂ ਮਿਲਦੀਆਂ ਨੇ, ਨਰਸਾਂ ਪੂਰੀਆਂ ਨੇ, ਫਾਰਮਾਸਿਸਟ ਪੂਰੇ ਨੇ, ਕਿੰਨੇ ਸਪੈਸ਼ਲਿਸਟ ਨੇ। ਸਿਆਣੇ ਕਹਿੰਦੇ ਨੇ ਕਿ ਘਰੋਂ ਸਫਾਈ ਕਰੋ। ਦੂਜਾ ਛਾਪਾ ਮਾਰਨਾ ਚਾਹੀਦਾ ਸੀ ਉਹਨਾਂ ਨੂੰ ਸਮਾਣੇ, ਜਿੱਥੋਂ ਜਿੱਤ ਕੇ ਆਏ ਨੇ ਉੱਥੇ ਪੂਰੇ ਨੇ, ਫਿਰ ਗੱਲ ਬਣਦੀ ਹੈਗੀ ਆ। ਤੁਸੀਂ ਤਾਂ ਟਾਰਗੇਟ ਕਰਕੇ ਕਰੀ ਜਾ ਰਹੇ ਹੋ, ਕਰੀ ਚਲੋ, ਲੇਕਿਨ ਅੱਜ ਭਗਵੰਤ ਮਾਨ ਨੇ ਸਬਕ ਸਿਖਾਤਾ। ਚੰਗੀ ਗੱਲ ਹੈ ਕਿ ਛਾਪੇ ਮੈਂ ਕਹਿੰਦਾ ਮਾਰਨੇ, ਰਾਈਟ ਆ,
ਪੁੱਛਣ ਜਾ ਕੇ ਲੋਕਾਂ ਨੂੰ ਦੁੱਖ ਤਕਲੀਫ ਪੁੱਛਣ, ਜਾਂ ਭਗਵੰਤ ਮਾਨ ਨੇ ਕਿਹਾ ਪੁੱਛਣ, ਹਨਾ, ਪਰ ਜਲੀਲ ਨਾ ਕਰ, ਉਹ ਚੰਗਾ ਨਹੀਂ, ਉਹ ਤਾਂ ਸੰਸਕਾਰਾਂ ਦਾ ਹਿੱਸਾ ਵੀ ਨਹੀਂ ਹੈਗਾ ਜੀ। ਇਸ ਮਸਲੇ ਦੇ ਨਾਲ ਇੱਕ ਮੁੱਦਾ ਜੁੜਿਆ ਹੋਇਆ ਸਰਾਵਾਂ ਦਾ। ਧਾਰਮਿਕ ਸਥਾਨਾਂ ਦੇ ਵਿੱਚ ਸਰਾਵਾਂ ਹੁੰਦੀਆਂ ਕਿ ਲੋਕਾਂ ਨੂੰ ਠਹਿਰ ਚਾਹੀਦੀ ਹੁੰਦੀ ਹੈ, ਜੇ ਕਿਤੇ ਦੂਰ ਦਰਾਡਿਓਂ ਇਲਾਜ ਕਰਾਉਣ ਜਾਣਾ ਹੈ ਤਾਂ ਵੀ ਇੱਕ ਸਹਾਰਾ ਬਣਦੇ ਨੇ ਗੁਰੂ ਘਰ ਵੀ। ਤਾਂ GST ਲਗਾਉਣ ਦੀ ਗੱਲ ਤੁਰੀ ਹੈ, ਹਾਲਾਂਕਿ ਰਾਜ ਸਭਾ ਦੇ ਵਿੱਚ ਪੂਰੀ ਤਰ੍ਹਾਂ ਗੂੰਜਿਆ ਮੁੱਦਾ, ਸਰਕਾਰ ਨੂੰ ਘੇਰਿਆ ਵੀ ਗਿਆ, ਇੱਕ ਤੇ GST ਲਗਾ ਦਿੱਤਾ ਗਿਆ। ਇਸ ਨੂੰ ਕਿਵੇਂ ਦੇਖਿਆ ਜਾਵੇ? ਮੈਨੂੰ ਲੱਗਦਾ ਬਹੁਤ ਮਾੜੀ ਗੱਲ ਹੈਗੀ ਆ। ਮੈਨੂੰ ਲੱਗਦਾ ਕਿ ਇੱਕ ਪਾਸੇ ਤੇ ਬੀਜੇਪੀ ਕਹਿੰਦੀ ਕਿ ਅਸੀਂ ਪੰਜਾਬ 'ਚ ਪੈਰ ਪਸਾਰਨੇ, ਦੂਜੇ ਪਾਸੇ ਤੁਸੀਂ ਜਿਹੜੀ ਤਾਂ ਸਰਾਂ ਵਾ ਉੱਥੇ ਕੋਈ ਆਉਂਦੇ ਨੇ ਲੋਕ ਹਨੇਰੇ ਸਵੇਰੇ ਠਹਿਰਦੇ, ਜਿਹੜੇ ਨਤਮਸਤਕ ਹੋਣ ਆਉਂਦੇ ਨੇ, ਤੁਸੀਂ ਉਹ 'ਤੇ GST ਲਾਤਾ। ਯਾਰ ਢਿੱਡ ਤੁਹਾਡਾ ਕਿੰਨਾ ਕੀ ਭਰਨਾ? ਢਿੱਡ ਭਰ ਕੇ ਤੇ ਤੁਸੀਂ ਆਪਣਾ ਦੇਣਾ, ਤੇ ਵੱਡੇ ਵੱਡੇ ਆਪਣੇ ਉਦਯੋਗਪਤੀ ਯਾਰਾਂ ਦੇ ਢਿੱਡ ਹੀ ਭਰਨੇ ਨੇ। ਉਦੋਂ ਗੁਰੂ ਘਰ ਲੰਗਰ ਦੇ ਵੀ ਨਾ GST ਲਾ ਦੀ, ਬੜਾ ਰੌਲਾ ਪਾਇਆ। ਮੇਰਾ ਸਵਾਲ ਹੈ, ਸੈਂਟਰ ਸਰਕਾਰ ਨੇ ਲਾਤੀ GST, ਵਿਰੋਧ ਹੋ ਰਿਹਾ। ਹੁਣ ਕਿੱਥੇ ਨੇ ਰਾਣਾ ਗੁਰਮੀਤ ਸਿੰਘ ਸੋਢੀ, ਕਿੱਥੇ ਨੇ ਫਤਿਹ ਜੰਗ ਸਿੰਘ ਬਾਜਵਾ, ਕਿੱਥੇ ਨੇ ਇਹਨਾਂ ਦਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਕਿੱਥੇ ਆ ਜਿਹੜਾ ਨਿੱਤ ਪਲ ਪਲ ਦੇ ਟਵੀਟ ਕਰਦੇ ਨੇ ਸਰਦਾਰ ਮਨਜਿੰਦਰ ਸਿੰਘ ਸਿਰਸਾ, ਕਿੱਥੇ ਨੇ ਸੁਨੀਲ ਜਾਖੜ ਸਾਹਿਬ, ਕਿਉਂ ਨਹੀਂ ਬੋਲੇ? ਕਿੱਥੇ ਆ ਅਮਨਜੋਤ ਕੌਰ ਰਾਮੂ ਵਾਲੀਆ, ਕਿੱਥੇ ਨੇ ਹਰਦੀਪ ਪੁਰੀ ਸੈਂਟਰ ਵਜ਼ੀਰ, ਕਿੱਥੇ ਨੇ ਸੋਮ ਪ੍ਰਕਾਸ਼, ਕਿੱਥੇ ਨੇ ਵਿਜੇ ਸਾਂਪਲਾ, ਤੇ ਕਿੱਥੇ ਨੇ ਇਕਬਾਲ ਸਿੰਘ ਲਾਲਪੁਰਾ ਜਿਹੜਾ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ, ਉਹ ਕਿੱਥੇ ਨੇ? ਬੋਲੇ ਨਹੀਂ। ਯਾਰ ਸਮਝਾਓ ਉਹਨਾਂ ਨੂੰ, ਸੈਂਟਰ ਵਾਲਿਆਂ ਨੂੰ। ਨਹੀਂ ਬੋਲਦੇ, ਜਾ ਕੇ ਵੈਸੇ ਰਿਕੁਐਸਟ ਕਰ ਲਓ ਕਿ ਜੀ ਦਰਬਾਰ ਸਾਹਿਬ ਜਿਹੜੀਆਂ ਸਰਾਵਾਂ ਉੱਥੇ ਜੇ ਉੱਥੇ ਆ ਕੇ ਕੋਈ ਹਨੇਰੇ ਸਵੇਰੇ ਰਹਿੰਦਾ ਤੇ ਤੁਸੀਂ ਗੁਰੂ ਘਰ ਤੋਂ ਕਮਾਈ ਕਰੋਗੇ। ਇਹ ਤੇ ਹੜਦੂ ਲਾਹਨਤ ਆ ਕਿ ਸਰਕਾਰ ਜਿਹਦਾ ਪਾਲਿਸੀ ਬਣਾਉਂਦੇ, ਅਫਸਰ ਬਣਾਉਂਦੇ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਹੈਗਾ ਕਿ ਜੇ ਧਾਰਮਿਕ ਸਰਾਂ ਜਿੱਥੇ ਹੈਗੇ ਨੇ, ਕਿਸੇ ਵੀ, ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ, ਚਾਹੇ ਸਿੱਖ ਧਰਮ ਦੇ ਨਾਲ ਸੰਬੰਧਿਤ, ਚਾਹੇ ਦੁਰਗਾਣਾ ਮੰਦਿਰ ਨਾਲ ਸੰਬੰਧਿਤ, ਕਿਸੇ ਵੀ ਧਰਮ ਨਾਲ, ਲੋਕਾਂ ਨਾਲ ਸਰਾਵਾਂ ਨਹੀਂ ਜੁੜੀਆਂ। ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਦੇ ਠਹਿਰੇ ਹੋਣਗੇ ਉਹਨਾਂ ਸਰਾਵਾਂ 'ਚ, ਜਾਂ ਹੋਰ ਮੰਤਰੀ ਵੀ ਰੁਕੇ ਹੋਣਗੇ। ਮੈਂ ਤਾਂ ਕਹਿੰਦਾ ਕਿ ਜਦੋਂ ਐਮਰਜੈਂਸੀ ਲੱਗੀ, ਸਾਰਾ ਜੀਵਨ ਹੀ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੇ ਗੁਰਦੁਆਰਿਆਂ 'ਚ ਕੱਟਿਆ ਸੀ। ਇੱਥੋਂ ਤੱਕ ਅਜੀਤ ਡਵਾਲ ਸਾਹਿਬ ਵੀ ਗੁਰਦੁਆਰਿਆਂ ਦੇ ਵਿੱਚ ਹੀ ਰਹੇ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ। ਸਾਰਿਆਂ ਨੂੰ ਪੰਜਾਬ ਦੀ ਮਹੱਤਤਾ ਪਤਾ। ਅਸੀਂ ਇਹ ਨਹੀਂ ਕਹਿੰਦੇ ਕਿ ਇੱਥੇ ਆ, ਹੋਰ ਵੀ ਜਿਹੜੀਆਂ ਧਾਰਮਿਕ ਸਰਾਵਾਂ ਹੈਗੀਆਂ ਨੇ, ਯਾਰ ਉੱਥੇ ਕਾਹਦੀ ਕਮਾਈ? ਉਹ ਕਮਾਈ ਦਾ ਥੋੜਾ ਸਾਧਨ ਹੈਗਾ। ਤੁਸੀਂ ਹੋਟਲ ਇੰਡਸਟਰੀ ਲਾ ਲਓ, ਉਹਨੂੰ ਹੋਟਲ ਨੂੰ ਨਾ ਜੋੜੋ ਸਰਾਵਾਂ ਨੂੰ, ਠੀਕ ਹੈ ਜੀ। ਉਹਦੇ ਤੇ ਆ ਕੇ ਕੋਈ ਬੰਦਾ ਰਹਿ ਜਾਂਦਾ, ਹਨੇਰੇ ਸਵੇਰੇ ਰਹਿ ਜਾਂਦਾ ਹੈਗਾ, ਜਾਂ ਦੂਰ ਦਰਾਡੇ ਵਾਲਾ ਰਹਿ ਜਾਂਦਾ ਹੈਗਾ, ਤੇ ਤੁਸੀਂ ਉੱਥੇ ਵੀ ਜੇ GST ਲਾਓਗੇ ਤੇ ਫਿਰ ਕੀ ਆ? ਫਿਰ ਤੇ ਮੈਨੂੰ ਲੱਗਦਾ ਕਿ ਗੁਰੂ ਘਰ ਤੇ ਹੀ ਤੁਸੀਂ ਡਾਕਾ ਮਾਰੇ ਜੇ। ਤੇ ਇਸੇ ਕਰਕੇ ਚਾਹੇ ਜਿੰਨਿਆਂ ਵੀ ਕੱਲ, ਚਾਹੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਗੱਲ ਕੀਤੀ, ਜਾਂ ਰਾਘਵ ਚੱਡਾ ਨੇ ਉੱਥੇ ਗੱਲ ਕੀਤੀ ਪਾਰਲੀਮੈਂਟ ਦੇ ਵਿੱਚ, ਜਾਂ ਬਾਕੀ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ, ਕਾਂਗਰਸ ਪਾਰਟੀ ਕਰੀਏ, ਇਹ ਮੈਨੂੰ ਲੱਗਦਾ ਕਿ ਸਰਕਾਰ ਨੂੰ, ਮੋਦੀ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪੈਣਾ। ਇਸੇ ਇੱਕ ਖਬਰ ਹੋਰ ਜੁੜੀ ਹੋਈ ਹੈ ਅੰਮ੍ਰਿਤਸਰ ਨਾਲ ਸਿੱਧੇ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਇੱਕ ਦਫ਼ਤਰ ਹੈ ਜਿਹੜਾ, ਉਸ ਨੂੰ ਖੋਲ ਕੇ ਅੰਮ੍ਰਿਤਸਰ ਤੋਂ ਜਿਹੜੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੰਮਕਾਜ ਇੱਥੋਂ ਵੀ ਦੇਖਣਗੇ, ਔਰ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲੋਂ ਅਲੱਗ ਹੋ ਕੇ ਚੱਲਣ ਦੀਆਂ ਗੱਲਾਂ ਤੁਰ ਪਈਆਂ ਨੇ, ਨਵੀਂ ਪਾਰਟੀ ਵੀ ਬਣਾਈ ਗਈ। ਤਾਂ ਇਹ ਜਿਹੜੀ ਗਤੀਵਿਧੀ ਹੈ, ਇਹ ਕਿਵੇਂ ਨਾ ਕਿਵੇਂ ਪ੍ਰਭਾਵ ਪਾਏਗੀ SGPC ਦੇ ਉੱਤੇ ਵੀ, ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ। ਤੁਸੀਂ ਇੱਥੋਂ ਕਹਿ ਸਕਦੇ ਕਿ BJP ਨੇ ਤਿਆਰੀ ਕਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਲਈ। ਜਿਹੜੇ ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਲਾਏ ਨੇ ਜਸਟਿਸ SSRO, ਉਹਨਾਂ ਨੇ ਵੀ ਕਾਰਵਾਈ ਸ਼ੁਰੂ ਕਰਤੀ, ਤਿਆਰੀਆਂ ਸ਼ੁਰੂ ਕਰਤੀਆਂ, ਦਫ਼ਤਰ ਜਾਣਾ ਸ਼ੁਰੂ ਕਰ ਦਿੱਤਾ ਗਾ। ਪਰ ਮੈਨੂੰ ਲੱਗਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਕੇ ਇੱਥੇ ਸ਼ਰੀਕੇਬਾਜ਼ੀ ਦਿਖਾਈ ਆ। ਉਹਨਾਂ ਦਾ ਇੱਥੇ ਅੰਮ੍ਰਿਤਸਰ ਆਉਣ ਦਾ ਕੋਈ ਤੁੱਕ ਨਹੀਂ ਬਣਦਾ, ਫਰਜ਼ ਨਹੀਂ ਬਣਦਾ ਹੈਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸ਼੍ਰੋਮਣੀ ਜਮਾਤ ਆ, ਚਾਹੇ ਉਸ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਕਹਿ ਲਓ, ਕਬਜ਼ਾ ਵੀ ਕਹਿਦਾ ਕਿਉਂਕਿ ਲੋਕਤੰਤਰ ਆ, ਵੋਟਾਂ ਪੈਂਦੀਆਂ ਹੈਗੀਆਂ ਨੇ, ਅਤੇ ਸ਼੍ਰੋਮਣੀ ਅਕਾਲੀ ਦਲ ਦਾ ਹੋਰ ਵੀ ਪਾਰਟੀਆਂ ਉਹਦੇ 'ਚ ਹਿੱਸਾ ਲੈਂਦੀਆਂ ਨੇ, ਅਤੇ ਮੈਜੋਰਟੀ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਕੋਲ ਆ। ਪਰ ਮੈਨੂੰ ਲੱਗਦਾ ਕਿ ਸਿੱਖ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਵੀ ਇਸ ਨੂੰ ਇੱਕ ਇਹਦੇ ਮਾਇਨੇ ਕੱਢੇ ਜਾ ਸਕਦੇ। ਦੇਖੋ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆ, ਜਦ ਵਿਧਾਨ ਦੇ ਵਿੱਚ ਇਹ ਲਿਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਾਈਟ ਹੈਗੇ ਨੇ, ਫਿਰ ਤੁਸੀਂ ਉੱਥੇ ਮਤਵਾਜੀ ਜਥੇਦਾਰ ਪਹਿਲਾਂ ਇਹਨਾਂ ਨੇ ਪੈਦਾ ਕੀਤੇ, ਏਜੰਸੀਆਂ ਨੇ ਜਾਂ ਹੋਰਾਂ ਲੋਕਾਂ ਨੇ, ਠੀਕ ਹੈ, ਪਾਤਾ ਨਾ ਕੌਮ ਦੇ ਵਿੱਚ ਬਖੇੜਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀ ਪਰਿਭਾਸ਼ਾ, ਉਹ ਕਹਿੰਦੇ ਨੇ ਕਿ ਪ੍ਰਚਾਰ ਤੇ ਗੁਰੂ ਘਰ ਦਾ ਸੁਧਾਰ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਢਲੇ ਫਰਜ਼ ਆ। ਉਹ ਵੱਖਰੀ ਗੱਲ ਆ ਕਿ ਬਾਦਲਾਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫਰਜ਼ਾਂ ਤੋਂ ਭੁੱਲ ਗਈ। ਪਰ ਜਿਹੜਾ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਕੇ ਇੱਥੇ ਸ਼ਰੀਕੇਬਾਜ਼ੀ ਕੀਤੀ ਨਾ, ਉਹ ਸਿੱਖ ਕੌਮ ਦਾ ਨੁਕਸਾਨ ਹੋਏਗਾ। ਉਹਦੇ ਪਿੱਛੇ ਚਾਹੇ ਮਨਜਿੰਦਰ ਸਿੰਘ ਸਿਰਸਾ ਹੋ ਸਕਦੇ ਨੇ,
ਚਾਹੇ ਉਹਦੇ 'ਚ ਹਰਮੀਤ ਸਿੰਘ ਕਾਲਕਾ ਹੋ ਸਕਦੇ ਨੇ ਜਾਂ ਹੋਰ ਵੀ ਹੋ ਸਕਦੇ ਨੇ, ਕਿਉਂਕਿ ਅੱਜ ਕੱਲ੍ਹ ਜਿਹੜੇ ਹਰਮੀਤ ਸਿੰਘ ਕਾਲਕਾ ਜਾਂ ਮਨਜਿੰਦਰ ਸਿੰਘ ਸਿਰਸਾ ਕਿਉਂਕਿ ਸਿੱਧੇ ਰੂਪ 'ਚ ਬੀਜੇਪੀ ਨਾਲ ਜੁੜੇ ਨੇ, ਤੇ ਤੁਸੀਂ ਇਹਨੂੰ ਬੀਜੇਪੀ ਨਾਲ ਵੀ ਵੇਖ ਸਕਦੇ ਨੇ ਕਿ ਉਹ ਵੀ ਹੋ ਸਕਦੇ ਨੇ। ਪਰ ਇਹ ਮੈਨੂੰ ਲੱਗਦਾ ਕਿ ਸਿੱਖ ਕੌਮ ਦੇ ਵਾਸਤੇ ਇੱਕ ਖਤਰੇ ਦੀ ਝੰਡੀ ਆ। 15 ਦਿਨ ਪਹਿਲਾਂ ਅਸਾਈਆਂ ਨੇ ਇੱਕ ਬਹੁਤ ਵੱਡਾ ਉੱਥੇ ਪ੍ਰੋਗਰਾਮ ਕੀਤਾ ਹੈਗਾ, ਉਹ ਵੀ ਇੱਕ ਸਿੱਖ ਕੌਮ ਵਾਸਤੇ ਖਤਰੇ ਦੀ ਘੰਟੀ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੂੰ ਸਵਾਏ ਬਾਦਲ ਟੱਬਰ ਤੋਂ ਇਲਾਵਾ ਹੋਰ ਕੁਝ ਨਹੀਂ ਦਿਖਦਾ। ਉਹਨਾਂ ਨੂੰ ਕੌਮ ਦਿਖਣੀ ਚਾਹੀਦੀ, ਉਹਨਾਂ ਦੀ ਪ੍ਰਾਇੋਰਟੀ ਕੌਮ ਹੋਣੀ ਚਾਹੀਦੀ। ਤੇ ਜਿਹੜਾ ਉੱਥੇ ਸੰਦੀਪ ਈਸਾਈ ਧਰਮ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ, ਉਹਦੇ ਜਿਹੜੇ ਅੰਗਰੇਜ਼ੀ ਦੇ ਵਰਡ ਕਰੂਸੇਡਰ ਕੁਛ ਇੱਦਾਂ ਦਾ ਸ਼ਬਦ ਆ, ਮੈਂ ਭੁੱਲ ਗਿਆ ਪੂਰਾ, ਉਹਦੇ ਜੇ ਅੰਗਰੇਜ਼ੀ ਜਿਹਦੀ ਡਿਕਸ਼ਨਰੀ 'ਚੋਂ ਪੜ੍ਹੀਏ ਤਾਂ ਬੜੇ ਖਤਰਨਾਕ ਆ। ਉਹ ਜਿਹੜਾ ਸੰਮੇਲਨ ਕਰਵਾਇਆ ਗਿਆ ਉਹ ਲਾਜ਼ਮੀ ਤੌਰ ਤੇ ਖਤਰੇ ਦੀ ਘੰਟੀ ਆ ਸਿੱਖ ਕੌਮ ਵਾਸਤੇ। ਹੁਣ ਸਿੱਖ ਕੌਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦਾ ਕੰਮ ਆ ਦਿੱਲੀ। ਇੱਦਾਂ ਤੇ ਕੱਲ੍ਹ ਨੂੰ ਹਜੂਰ ਸਾਹਿਬ ਬੋਰਡ ਵਾਲੇ ਵੀ ਇੱਥੇ ਇੱਕ ਪ੍ਰਚਾਰ ਸੈਂਟਰ ਖੋਲ੍ਹ ਲੈਣਗੇ, ਜਾਂ ਨੰਦੇੜ ਸਾਹਿਬ ਵਾਲੇ ਵੀ ਆ ਜਾਣਗੇ ਉੱਥੇ। ਤਾਂ ਫਿਰ ਜਿੰਨੇ ਵੀ ਆ ਜਾਣੇ ਖੋਲੀ, ਚਲੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਹੋਗੇ ਅਸੀਂ ਵੀ ਅੰਮ੍ਰਿਤਸਰ ਚੱਲੀਏ। ਮਤਲਬ ਇਹ ਅੱਜ ਨਵੀਂ ਗੱਲ ਨਹੀਂ ਆ। ਜਦੋਂ ਇੱਥੇ ਹਿੰਦੁਸਤਾਨ ਦੇ ਵਿੱਚ ਆਰੀਆ ਸਮਾਜ ਲਹਿਰ ਸ਼ੁਰੂ ਹੋਈ ਸੀ, ਤੇ ਆਰੀਆ ਸਮਾਜ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਦਫ਼ਤਰ ਉਹ ਪਹਿਲਾਂ ਮਹਾਰਾਸ਼ਟਰ ਸੀ, ਤੇ ਮਹਾਰਾਸ਼ਟਰ ਤੋਂ ਸਿੱਧਾ ਸਵਾਮੀ ਦਿਆਨੰਦ ਲਾਹੌਰ ਉਤਰਦੇ ਨੇ। ਉਹ ਸਿੱਖ ਕੌਮ ਦੇ ਨਾਲ ਉਹਨਾਂ ਦਾ ਪੰਗਾ ਪੈਂਦਾ ਹੈਗਾ। ਅਸੀਂ 78 ਭੁੱਲ ਗਏ, 78 ਦੇ ਵਿੱਚ ਵੀ ਨਿਰੰਕਾਰੀਆਂ ਕਰਕੇ ਪੰਜਾਬ ਝੁਲਸਿਆ ਹੈਗਾ। ਉਹਨਾਂ ਨੇ ਵੀ ਉਦੋਂ ਜਾਣਬੁੱਝ ਕੇ ਉੱਥੇ ਜਲਸਾ ਕੀਤਾ ਸੀ। 13 ਸਿੱਖ ਮਾਰੇ ਗਏ ਸੀ ਨਿਹੱਥੇ। ਫਿਰ ਉਹ 1978 ਤੋਂ ਲੈ ਕੇ ਤੇ 1992-93 ਤੱਕ ਪੰਜਾਬ ਭੁਗਤਿਆ। ਬਹੁਤ ਸਾਰੇ ਬੇਕਸੂਰ ਲੋਕ ਮਾਰੇ ਗਏ ਨੇ। ਉਦੋਂ ਵੀ ਸਿੱਖ ਕੌਮ ਤੇ ਅਟੈਕ ਸੀ। ਹੁਣ ਜੇ ਉੱਥੇ ਈਸਾਈਆਂ ਦਾ ਪ੍ਰੋਗਰਾਮ ਦਾ ਸਿੱਖ ਕੌਮ ਤੇ ਵੱਡਾ ਅਟੈਕ ਆ, ਤੇ ਹੁਣ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ ਗਿਆ, ਉਪਰਾਲਾ ਨਹੀਂ ਹੈਗਾ, ਇਹ ਸਿੱਖ ਕੌਮ ਤੇ ਅਟੈਕ ਆ। ਉਹ ਲਾਜ਼ਮੀ ਤੌਰ ਤੇ ਸਿੱਖ ਕੌਮ ਵਾਸਤੇ ਖਤਰੇ ਦੀ ਘੰਟੀ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਰੋਲ ਰੂਪ ਦੇ ਵਿੱਚ ਇਮਾਨਦਾਰੀ ਦੇ ਨਾਲ, ਨਿਡਰਤਾ ਦੇ ਨਾਲ, ਬਿਨਾਂ ਕਿਸੇ ਭੈ ਤੋਂ ਇਹ ਸਟੈਂਡ ਲੈਣਾ ਚਾਹੀਦਾ। ਉਹਨਾਂ ਦਾ ਜਿਹੜਾ ਸਟੈਂਡ ਹੋਊਗਾ ਉਹਦੇ 'ਚ ਇਹ ਨਹੀਂ ਝਲਕਣਾ ਚਾਹੀਦਾ ਹੈਗਾ ਕਿ ਉਹਦੇ 'ਚ ਪਿੱਛੇ ਬਾਦਲ ਬੋਲਦਾ ਜਾਂ ਸ਼੍ਰੋਮਣੀ ਅਕਾਲੀ ਦਲ ਬੋਲਦੇ ਨੇ। ਇਹ 5 ਤਖਤਾਂ ਦੇ ਜਥੇਦਾਰ ਨੂੰ ਇਕੱਠਾ ਹੋਣਾ ਚਾਹੀਦਾ ਹੈਗਾ। ਮਤਲਬ ਇਹ ਸ਼ਰੀਕੇ ਪੈਦਾ ਕੀਤੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ। ਉਹਦੇ ਦੁਸ਼ਮਣ ਲਾ ਲਓ, ਸਿਆਸੀ ਦੁਸ਼ਮਣ ਲਾ ਲਓ, ਜਾਂ ਸ਼ਰੀਕ ਪੈਦਾ ਕੀਤੇ ਜਾ ਰਹੇ। ਮੈਂ ਤਾਂ ਇਹ ਸਮਝਦਾ ਹੈਗਾ ਇਹ ਜਿਹੜੀ ਮੂਵ ਹੈ ਬੜੀ ਗਲਤ ਆ। ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ 16 ਨੇ ਸੱਚ ਪ੍ਰੋਗਰਾਮ ਦੇ ਵਿੱਚ ਇਹਨਾਂ ਤਮਾਮ ਮਸਲਿਆਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ, ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜਾ ਵੀ ਪੱਖ ਦਾ ਮੁੱਦਾ ਜਿਹੜਾ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਨਾਲ ਜੁੜਿਆ, ਪੰਜਾਬੀਆਂ ਦੇ ਨਾਲ ਜੁੜਿਆ, ਉਸ ਦੇ ਉੱਤੇ ਜਿਹੜਾ ਵੀ ਬਣਦਾ ਵਾਜਬ ਸਵਾਲ ਆ ਜ਼ਰੂਰ ਕਰਨਾ ਚਾਹੀਦਾ। ਫਿਲਹਾਲ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।